ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਪੇਸ਼ ਨੇ ਪਹਿਲਾਂ ਚੁਣਵੀਆਂ ਖਬਰਾਂ। H1B ਵੀਜ਼ਾ ਧਾਰਕਾਂ ਦੇ ਬੱਚਿਆਂ ਨੂੰ ਅਮਰੀਕਾ ਨੇ ਦਿੱਤੀ ਵੱਡੀ ਸਹੂਲਤ। ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਪ੍ਰੋਗਰਾਮ 'ਚ ਜਾ ਰਹੀ ਬੱਸ ਹਾਦਸਾਗ੍ਰਸਤ ਕਾਂਗਰਸੀ ਵਰਕਰਾਂ ਦੀ ਮੌਤ ਤੇ ਮੁੱਖ ਮੰਤਰੀ ਨੇ ਜਤਾਇਆ ਅਫਸੋਸ। ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ, ਸਿੱਧੂ ਨੇ ਚੁੱਕੀ ਪ੍ਰਧਾਨਗੀ ਦੀ ਸਹੁੰ। ਭਾਰਤੀ ਹਵਾਈ ਮੁਸਾਫਰਾਂ ਲਈ ਖੁਸ਼ਖਬਰੀ, ਜਰਮਨੀ ਸਮੇਤ 16 ਦੇਸ਼ਾਂ ਨੇ ਖੋਲੇ ਆਪਣੇ ਦਰਵਾਜ਼ੇ। ਰਾਸ਼ਟਰਪਤੀ ਜੋ ਬਾਈਡਨ ਅਗਸਤ ਮਹੀਨੇ ਕਰਨਗੇ ਯੂਕਰੇਨ ਦੇ ਰਾਸ਼ਟਰਪਤੀ ਨਾਲ ਮੁਲਾਕਾਤ। ਅਮਰੀਕਾ ਨੇ ਕਕੂਬਾ ਉੱਪਰ ਲਾਈਆਂ ਪਾਬੰਦੀਆਂ ਦੀ ਇਹ ਕੇਵਲ ਸ਼ੁਰੂਆਤ, ਜੋ ਬਾਈਡਨ। ਨਿਊਜ਼ੀਲੈਂਡ ਨੇ ਆਸਟ੍ਰੇਲੀਆ ਦੇ ਨਾਲ ਕੁਆਰੰਟਾਈਨ ਫ੍ਰੀ ਟਰੈਵਲ ਕੀਤਾ ਬੰਦ, ਕਿਹਾ ਕੋਰੋਨਾ ਦਾ ਹੈ ਖਤਰਾ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ ਨੇ ਆਪਣੀ ਵੀਜ਼ਾ ਪਾਲਿਸੀ ਵਿੱਚ ਕੁਝ ਤਬਦੀਲੀ ਕੀਤੀ ਹੈ। ਇਸ ਤਬਦੀਲੀ ਨਾਲ H1B ਵੀਜ਼ਾ ਧਾਰਕਾਂ ਨੂੰ ਵੱਡਾ ਫਾਇਦਾ ਹੋਵੇਗਾ। ਜਾਣਕਾਰੀ ਮੁਤਾਬਕ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਵੱਲੋਂ ਜਾਰੀ ਕੀਤੀ ਆਪਣੀ ਨਵੀਂ ਨੀਤੀ ਅਪਡੇਟ ਨਾਲ ਅਮਰੀਕਾ ਵਿੱਚ ਗੈਰ ਪ੍ਰਵਾਸੀ ਵੀਜ਼ਾ ਧਾਰਕਾਂ ਦੇ ਬੱਚਿਆਂ ਨੂੰ F1 ਵਿਦਿਆਰਥੀਆਂ ਵੀਜ਼ਾ ਵਿੱਚ ਤਬਦੀਲ ਕਰਨਾ ਸੌਖਾ ਹੋ ਜਾਵੇਗਾ, ਜਿਸ ਨਾਲ ਅਮਰੀਕਾ ਵਿੱਚ ਹਜ਼ਾਰਾਂ H1B ਵੀਜ਼ਾ ਧਾਰਕਾਂ ਦੇ ਬੱਚਿਆਂ ਨੂੰ ਫਾਇਦਾ ਹੋਵੇਗਾ। ਪਿਛਲੀ ਨੀਤੀ ਦੇ ਤਹਿਤ ਬਿਨੇਕਾਰਾਂ ਨੂੰ ਸਿੱਖਿਆ ਪ੍ਰੋਗਰਾਮ ਦੀ ਸ਼ੁਰੂਆਤ ਦੀ ਮਿਤੀ ਤੋਂ 30 ਦਿਨ ਪਹਿਲਾਂ ਸਥਿਤੀ ਨੂੰ ਬਣਾਈ ਰੱਖਣ ਦੀ ਜ਼ਰੂਰਤ ਹੁੰਦੀ ਸੀ, ਜਿਸ ਲਈ ਉਹਨਾਂ ਨੂੰ ਮਲਟੀਪਲ ਵੀਜ਼ਾ ਐਕਸਟੈਂਸ਼ਨ ਦਾਇਰ ਕਰਨ ਦੀ ਜ਼ਰੂਰਤ ਹੁੰਦੀ ਸੀ, ਤਾਂ ਜੋ ਯਕੀਨੀ ਕੀਤਾ ਜਾ ਸਕੇ ਕਿ ਉਹਨਾਂ ਦੀ ਪੜ੍ਹਾਈ ਵਿੱਚ ਗੈਪ ਨਹੀਂ ਹੈ। ਇਸ ਗੈਪ ਤੋਂ ਬਚਣ ਲਈ USCIS ਉਸ ਦਿਨ ਤੋਂ F1 ਨੂੰ ਪ੍ਰਭਾਵੀ ਢੰਗ ਨਾਲ ਤਬਦੀਲੀ ਦੀ ਆਗਿਆ ਦੇਵੇਗਾ, ਜਿਸ ਦਿਨ ਉਹ ਬਿਨੇਕਾਰਾਂ ਦੇ ਫਾਰਮ I-539 ਗੈਰ ਪ੍ਰਵਾਸੀ ਸਥਿਤੀ ਨੂੰ ਬਦਲਣ ਦੀ ਮਨਜ਼ੂਰੀ ਦੇਣਗੇ। ਨੀਤੀ ਅਪਡੇਟ ਵਿੱਚ ਕਿਹਾ ਗਿਆ ਹੈ ਕਿ ਜੇਕਰ USCIS ਵਿਦਿਆਰਥੀਆਂ ਦੇ ਪ੍ਰੋਗਰਾਮ ਸ਼ੁਰੂ ਹੋਣ ਦੀ ਮਿਤੀ ਤੋਂ 30 ਦਿਨ ਪਹਿਲਾਂ ਕਿਸੇ ਅਰਜ਼ੀ ਨੂੰ ਮਨਜ਼ੂਰੀ ਦਿੰਦੀ ਹੈ, ਤਾਂ ਵਿਦਿਆਰਥੀਆਂ ਨੂੰ ਲਾਜ਼ਮੀ ਤੌਰ ਤੇ ਇਹ ਯਕੀਨੀ ਕਰਨਾ ਹੋਵੇਗਾ ਕਿ ਉਸ ਸਮੇਂ ਦੌਰਾਨ ਉਹ ਆਪਣੀ F1 ਸਥਿਤੀ ਦੀ ਉਲੰਘਣਾ ਨਹੀਂ ਕਰੇਗਾ। ਇਹ ਕਦਮ ਦੋਵਾਂ ਬਿਨੇਕਾਰਾਂ ਅਤੇ USCIS ਲਈ ਖਰਚਿਆਂ ਲਈ ਅਤੇ ਕੰਮ ਦੇ ਭਾਰ ਨੂੰ ਘਟਾਉਣ ਦੀ ਉਮੀਦ ਹੈ। ਨਵਜੋਤ ਸਿੱਧੂ ਦੀ ਤਾਜਪੋਸ਼ੀ ਵਿੱਚ ਸ਼ਮੂਲੀਅਤ ਕਰਨ ਜਾ ਰਹੇ ਕਾਂਗਰਸੀਆਂ ਦੀ ਮਿੰਨੀ ਬੱਸ ਤੇ ਹਾਦਸਾਗ੍ਰਸਤ ਹੋਣ ਨਾਲ 3 ਕਾਂਗਰਸੀ ਵਰਕਰਾਂ ਦੀ ਮੌਤ ਹੋ ਗਈ ਤੇ 20 ਦੇ ਕਰੀਬ ਜ਼ਖਮੀ ਹੋਣ ਦੀ ਦੁਖਦਾਇਕ ਘਟਨਾ ਸਾਹਮਣੇ ਆਈ। ਜ਼ਿਕਰਯੋਗ ਹੈ ਕਿ ਕਾਂਗਰਸੀ ਵਰਕਰਾਂ ਦੀ ਇਹ ਬੱਸ ਹਲਕਾ ਜ਼ੀਰਾ ਤੋਂ ਚੰਡੀਗੜ੍ਹ ਜਾ ਰਹੀ ਸੀ। ਉੱਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਨੇ ਕਿਹਾ ਕਿ ਇਸ ਹਾਦਸੇ ਵਿੱਚ 3 ਕਾਂਗਰਸੀ ਵਰਕਰਾਂ ਦੇ ਮਾਰੇ ਜਾਣ ਦੀ ਖਬਰ ਸੁਣ ਕੇ ਬੇਹੱਦ ਦੁੱਖ ਹੋਇਆ ਤੇ ਕਈ ਲੋਕ ਗੰਭੀਰ ਜ਼ਖਮੀ ਹੋਏ। ਕੈਪਟਨ ਨੇ ਮੋਗਾ ਦੇ DC ਨੂੰ ਨਿਰਦੇਸ਼ ਦਿੱਤੇ ਨੇ ਕਿ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਪੂਰੀ ਡਾਕਟਰੀ ਸਹਾਇਤਾ ਦਿੱਤੀ ਜਾਵੇ ਤੇ ਇਸ ਸੰਬੰਧੀ ਸਰਕਾਰ ਨੂੰ ਰਿਪੋਰਟ ਵੀ ਭੇਜੀ ਜਾਵੇ। ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ 4 ਐਕਟਿੰਗ ਪ੍ਰਧਾਨਾਂ ਨੇ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਇੱਕ ਭਰਵੇਂ ਸਮਾਗਮ ਦੇ ਦੌਰਾਨ ਸਹੁੰ ਚੁੱਕ ਲਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਟੇਜ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ, ਸਾਬਕਾ ਪ੍ਰਧਾਨ ਸੁਨੀਲ ਜਾਖੜ, ਇਸ ਤੋਂ ਇਲਾਵਾ ਕਾਂਗਰਸ ਆਗੂ ਰਜਿੰਦਰ ਕੌਰ ਪੱਠਲ, ਪ੍ਰਤਾਪ ਸਿੰਘ ਬਾਜਵਾ, ਮਹਾਰਾਣੀ ਪ੍ਰਨੀਤ ਕੌਰ ਤੋਂ ਇਲਾਵਾ ਪੰਜਾਬ ਦੇ ਸਮੂਹ ਕਾਂਗਰਸੀ ਵਿਧਾਇਕ, ਮੈਂਬਰ ਪਾਰਲੀਮੈਂਟ ਵੀ ਹਾਜ਼ਰ ਸਨ। ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਤੋਂ ਪਹਿਲਾਂ ਹੀ ਸਟੇਜ ਤੇ ਪਹੁੰਚ ਚੁੱਕੇ ਸਨ। ਸਿੱਧੂ ਨੇ ਆਪਣੇ ਅੰਦਾਜ਼ ਵਿੱਚ ਆਉਂਦਿਆਂ ਹੀ ਸਿਗਜ਼ਰ ਮਾਰਨ ਦਾ ਐਕਸ਼ਨ ਕੀਤਾ, ਜਿਸ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਆਏ ਕਾਂਗਰਸੀ ਵਰਕਰਾਂ ਨੇ ਉਹਨਾਂ ਦਾ ਸਵਾਗਤ ਕੀਤਾ। ਸਟੇਜ ਤੇ ਪਹੁੰਚ ਕੇ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਕੋਈ ਗੱਲਬਾਤ ਨਹੀਂ ਕੀਤੀ, ਜਿਸ ਦੀ ਚਰਚਾ ਵੇਖਣ ਨੂੰ ਮਿਲੀ। ਪਰ ਬਾਅਦ ਵਿੱਚ ਪੰਜਾਬ ਭਵਨ 'ਚ ਹੋਈ ਚਾਹ ਪਾਰਟੀ ਦੌਰਾਨ ਦੋਵੇਂ ਆਗੂ ਇਕੱਠੇ ਬੈਠੇ ਹੋਏ ਗੱਲ ਕਰਦੇ ਵੇਖੇ ਗਏ। ਜ਼ਿਕਰਯੋਗ ਹੈ ਕਿ ਕੈਪਟਨ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਇਸ ਸਮਾਗਮ ਵਿੱਚ ਉਦੋਂ ਹੀ ਸ਼ਾਮਲ ਹੋਣਗੇ ਜਦੋਂ ਨਵਜੋਤ ਸਿੱਧੂ ਉਹਨਾਂ ਕੋਲੋਂ ਮੁਆਫੀ ਮੰਗਣਗੇ, ਪਰ ਸਮੁੱਚੇ ਵਿਧਾਇਕਾਂ ਵੱਲੋਂ ਸਿੱਧੂ ਦੇ ਸਾਥ ਦੇਣ ਤੇ ਕੈਪਟਨ ਨੂੰ ਮਜਬੂਰਨ ਇਸ ਫੰਕਸ਼ਨ ਵਿੱਚ ਆਉਣਾ ਪਿਆ। ਕੋਵਿਡ-19 ਦੇ ਮਾਮਲਿਆਂ ਵਿੱਚ ਕਮੀ ਅਤੇ ਟੀਕਾਕਰਨ ਵਿਸਥਾਰ ਦਰਮਿਆਨ ਬਹੁਤ ਸਾਰੇ ਦੇਸ਼ਾਂ ਨੇ ਪਾਬੰਦੀਆਂ ਵਿੱਚ ਢਿੱਲ ਦਿੱਤੀ ਅਤੇ ਮੁਸਾਫਰਾਂ ਲਈ ਇੱਕ ਵਾਰ ਮੁੜ ਆਪਣੇ ਦਰਵਾਜ਼ੇ ਖੋਲ੍ਹੇ। ਭਾਰਤੀ ਹਵਾਈ ਮੁਸਾਫਰਾਂ ਲਈ ਵਿਦੇਸ਼ਾਂ ਵੱਲੋਂ ਦਰਵਾਜ਼ੇ ਖੋਲ੍ਹੇ ਜਾਣ ਨਾਲ ਪਿਛਲੇ 1 ਸਾਲ ਤੋਂ ਮਹਾਮਾਰੀ ਦੇ ਸੰਕਟ ਚੋਂ ਲੰਘ ਰਹੀ ਟਰੈਵਲ ਸਰਵਿਸਿਜ਼ ਇੰਡਸਟਰੀ ਨੂੰ ਭਾਰੀ ਰਾਹਤ ਮਿਲੀ। ਇੰਡਸਟਰੀ ਦੇ ਅਧਿਕਾਰੀਆਂ ਨੇ ਕਿਹਾ ਕਿ ਮਾਲਦੀਵ, ਰੂਸ, ਸਵਿਟਜ਼ਰਲੈਂਡ ਤੇ ਸੰਯੁਕਤ ਅਰਬ ਅਮੀਰਾਤ ਵਰਗੇ ਵੱਖ-ਵੱਖ ਵਿਦੇਸ਼ੀ ਸਥਾਨਾਂ ਦੀ ਯਾਤਰਾ ਲਈ ਹਰ ਮਹੀਨੇ 35 ਤੋਂ 38% ਇਨਕੁਆਇਰੀ ਵੱਧ ਰਹੀ ਹੈ।
क्योंकि कई देश टीकाकरण ਜਾਂ ਹੋਰ ਸ਼ਰਤਾਂ ਤਹਿਤ ਭਾਰਤੀ ਮੁਸਾਫਰਾਂ ਦਾ ਸਵਾਗਤ ਕਰ ਰਹੇ ਨੇ। 17 ਯੂਰਪੀ ਦੇਸ਼ਾਂ ਵੱਲੋਂ ਭਾਰਤ ਦੀ ਕੋਵਿਸ਼ੀਲਡ ਵੈਕਸੀਨ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਯੂਰਪ ਦੀ ਯਾਤਰਾ ਲਈ ਇਨਕੁਆਇਰੀ ਵਿੱਚ ਹਫ਼ਤਾ ਦਰ ਹਫ਼ਤਾ 50% ਵਾਧਾ ਵੇਖਿਆ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ 30 ਅਗਸਤ ਨੂੰ ਵਾਈਟ ਹਾਊਸ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਡਾਇਮਰ ਜ਼ੇਲੈਂਸਕੀ ਨਾਲ ਮੁਲਾਕਾਤ ਕਰਨਗੇ। ਇਸ ਸੰਬੰਧੀ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਸਾਕੀ ਨੇ ਬੁੱਧਵਾਰ ਨੂੰ ਦੱਸਿਆ ਕਿ ਇਸ ਮੁਲਾਕਾਤ ਦੌਰਾਨ ਯੂਕਰੇਨ ਵਿੱਚ ਰੂਸ ਦੀ ਦਖਲ-ਅੰਦਾਜ਼ੀ ਲਈ ਅਮਰੀਕਾ ਵੱਲੋਂ ਸਮਰਥਨ ਦੀ ਪੁਸ਼ਟੀ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਦੋਵੇਂ ਦੇਸ਼ਾਂ ਦੇ ਆਗੂ એનર્ਜੀ ਸੁਰੱਖਿਆ ਸਹਿਯੋਗ ਅਤੇ ਯੂਕਰੇਨ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਯਤਨਾਂ ਬਾਰੇ ਵੀ ਵਿਚਾਰ ਵਟਾਂਦਰਾ ਕਰਨਗੇ। ਇਸ ਤੋਂ ਪਹਿਲਾਂ ਅਮਰੀਕਾ ਅਤੇ ਜਰਮਨੀ ਨੇ ਨਾਰਡ ਸਟ੍ਰੀਮ 2 ਗੈਸ ਪਾਈਪਲਾਈਨ ਮੁੱਦੇ ਤੇ ਇੱਕ ਸਮਝੌਤਾ ਕੀਤਾ ਜਿਸ ਦਾ ਯੂਕਰੇਨ ਵਿਰੋਧ ਕਰਦਾ ਹੈ। ਅਗਲੇ ਮਹੀਨੇ ਮੁਕੰਮਲ ਹੋਣ ਦੀ ਉਮੀਦ ਵਾਲੀ 1230 ਕਿਲੋਮੀਟਰ ਦੀ ਗੈਸ ਪਾਈਪਲਾਈਨ ਰੂਸ ਤੋਂ ਬਾਲਟਿਕ ਸਾਗਰ ਰਾਹੀਂ ਸਾਲਾਨਾ 55 ਬਿਲੀਅਨ ਕਿਊਬਿਕ ਮੀਟਰ ਗੈਸ ਲਿਆਏਗੀ। ਬਾਈਡਨ ਨੇ ਇਸ ਤੋਂ ਪਹਿਲਾਂ ਜ਼ੇਲੈਂਸਕੀ ਨੂੰ ਪਿਛਲੇ ਮਹੀਨੇ ਵਾਈਟ ਹਾਊਸ ਦਾ ਦੌਰਾ ਕਰਨ ਲਈ ਸੱਦਾ ਭੇਜਿਆ ਸੀ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਊਬਾ ਦੀ ਫੌਜ ਦੇ ਇੱਕ ਚੋਟੀ ਦੇ ਅਧਿਕਾਰੀ ਤੇ ਕਿਊਬਨ ਸਰਕਾਰ ਦੀ ਸਟੇਟ ਸੁਰੱਖਿਆ ਇਕਾਈ ਉੱਪਰ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ। ਬਾਈਡਨ ਅਨੁਸਾਰ ਇਸ ਮਹੀਨੇ ਹੋਈ ਪ੍ਰਦਰਸ਼ਨਾਂ ਦੌਰਾਨ ਲੋਕਾਂ ਉੱਪਰ ਤਸ਼ੱਦਦ ਲਈ ਇਹ ਚੋਟੀ ਦਾ ਫੌਜੀ ਅਧਿਕਾਰੀ ਤੇ ਸਟੇਟ ਸੁਰੱਖਿਆ ਇਕਾਈ ਜ਼ਿੰਮੇਵਾਰ ਹੈ। ਬਾਈਡਨ ਨੇ ਕਿਹਾ ਕਿ ਇਹ ਕੇਵਲ ਸ਼ੁਰੂਆਤ ਹੈ ਤੇ ਅਮਰੀਕਾ ਕਿਊਬਨ ਲੋਕਾਂ ਉੱਪਰ ਤਸ਼ੱਦਦ ਲਈ ਜ਼ਿੰਮੇਵਾਰ ਲੋਕਾਂ ਤੇ ਪਾਬੰਦੀਆਂ ਲਾਉਣੀਆਂ ਜਾਰੀ ਰੱਖੇਗਾ। ਵਾਈਟ ਹਾਊਸ ਨੇ ਕਿਊਬਾ ਦੇ ਰੈਵੋਲੂਸ਼ਨਰੀ ਆਰਮਡ ਫੋਰਸਸ ਬਾਰੇ ਮੰਤਰੀ ਐਲਵਾਰੋ ਲੋਪੇਜ਼ ਮੀਰਾ ਤੇ ਸਰਕਾਰ ਦੇ ਇੰਟੈਲੀਜੈਂਸੀ ਮੰਤਰਾਲੇ ਦੀ ਵਿਸ਼ੇਸ਼ ਬ੍ਰਿਗੇਡ ਉੱਪਰ ਪਾਬੰਦੀਆਂ ਲਾਉਣ ਲਈ ਮਨੁੱਖੀ ਹੱਕਾਂ ਬਾਰੇ ਸੰਘੀ ਕਾਨੂੰਨ ਦੀ ਵਰਤੋਂ ਕੀਤੀ। ਬਾਈਡਨ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਵੱਲੋਂ 11 ਜੁਲਾਈ ਦਾ ਪ੍ਰਦਰਸ਼ਨ ਕਰਨ ਲਈ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਵਰਤੇ ਗਏ ਇੰਟਰਨੈਟ ਤੇ ਹੋਰ ਸਾਈਟਾਂ ਉੱਪਰ ਲਾਈ ਰੋਕ ਦੀ ਬਹਾਲੀ ਲਈ ਉਸ ਤੇ ਸਲਾਹਕਾਰ ਕੰਮ ਕਰ ਰਹੇ ਨੇ। ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਲੋਕਾਂ ਨਾਲ ਵਧੀਕੀਆਂ ਲਈ ਕਿਊਬਨ ਹਾਕਮਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਾਂ ਤੇ ਕਿਊਬਨ ਲੋਕਾਂ ਵਾਸਤੇ ਸਾਡਾ ਸਮਰਥਨ ਨਿਰੰਤਰ ਜਾਰੀ ਰਹੇਗਾ। ਬਾਈਡਨ ਨੇ ਕਿਹਾ ਕਿਊਬਨ ਅਮਰੀਕੀ ਲੋਕ ਸਾਡੀਆਂ ਟਾਪੂ ਵਾਸੀਆਂ ਨੂੰ ਰਾਹਤ ਪਹੁੰਚਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਹਿੱਸਾ ਨੇ। ਬਾਈਡਨ ਦਾ ਨਿਰਣਾ ਚੋਣ ਮੁਹਿੰਮ ਦੌਰਾਨ ਕੀਤੇ ਉਹਨਾਂ ਵਾਅਦਿਆਂ ਤੋਂ ਉਲਟ ਹੈ ਜਦੋਂ ਉਹਨਾਂ ਪ੍ਰਣ ਕੀਤਾ ਸੀ ਕਿ ਓਬਾਮਾ ਸਮੇਂ ਦੀ ਯੂਐਸ ਕਿਊਬਾ ਨੀਤੀ ਨੂੰ ਬਹਾਲ ਕਰਨਗੇ। ਬਾਈਡਨ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਊਬਾ ਵਿੱਚ ਹੋਏ ਇਤਿਹਾਸਕ ਪ੍ਰਦਰਸ਼ਨਾਂ ਕਾਰਨ ਬਾਈਡਨ ਨੂੰ ਰਣਨੀਤੀ ਬਦਲਣ ਲਈ ਮਜਬੂਰ ਹੋਣਾ ਪਿਆ। ਕਿਊਬਾ ਦੀ ਕਮਿਊਨਿਸਟ ਸਰਕਾਰ ਦੇ ਆਲੋਚਕਾਂ ਨੇ ਬਾਈਡਨ ਦੇ ਐਲਾਨ ਉੱਪਰ ਖੁਸ਼ੀ ਪ੍ਰਗਟਾਈ। ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਇਹ ਪਾਬੰਦੀਆਂ ਕਿਊਬਾ ਉੱਪਰ ਕੋਈ ਅਸਰ ਵੀ ਪਾਉਣਗੀਆਂ ਜਾਂ ਨਹੀਂ ਕਿਉਂਕਿ ਅਧਿਕਾਰੀ ਐਲਵਾਰੋ ਲੋਪੇਜ਼ ਮੀਰਾ ਦੀ ਸ਼ਾਇਦ ਹੀ ਅਮਰੀਕਾ ਵਿੱਚ ਕੋਈ ਜਾਇਦਾਦ ਹੋਵੇ ਜਿਸ ਨੂੰ ਉਹ ਕੁਰਕ ਸਕਦਾ ਹੋਵੇ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਟਰੰਪ ਪ੍ਰਸ਼ਾਸਨ ਪਹਿਲਾਂ ਹੀ ਕਿਊਬਾ ਦੇ ਗ੍ਰਹਿ ਮੰਤਰਾਲੇ ਨੂੰ ਕਾਲੀ ਸੂਚੀ ਵਿੱਚ ਸ਼ਾਮਲ ਕਰ ਚੁੱਕਾ ਹੈ। ਇੱਥੇ ਵਰਣਨਯੋਗ ਹੈ ਕਿ 11 ਜੁਲਾਈ ਨੂੰ ਖਾਣ ਪੀਣ ਦੀਆਂ ਵਸਤਾਂ ਤੇ ਦਵਾਈਆਂ ਦੀ ਥੋੜ, ਬਿਜਲੀ ਗੋਲ ਹੋਣ ਤੇ ਮਹਿੰਗਾਈ ਵਿਰੁੱਧ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ। ਸਮਝਿਆ ਜਾਂਦਾ ਹੈ ਕਿ ਕਿਊਬਾ ਵਿੱਚ ਪਿਛਲੇ 3 ਦਹਾਕਿਆਂ ਦੌਰਾਨ ਪਹਿਲੀ ਵਾਰ ਇੰਨੇ ਵੱਡੇ ਪੱਧਰ ਉੱਪਰ ਲੋਕ ਸੜਕਾਂ ਉੱਪਰ ਨਿਕਲੇ। ਨਿਊਜ਼ੀਲੈਂਡ ਸਰਕਾਰ ਨੇ ਆਸਟ੍ਰੇਲੀਆ ਨਾਲ ਕੁਆਰੰਟਾਈਨ ਫ੍ਰੀ ਟਰੈਵਲ ਵਾਲਾ ਸਿਸਟਮ ਬੰਦ ਕਰਨ ਦਾ ਫੈਸਲਾ ਕੀਤਾ ਕਿਉਂਕਿ ਸਰਕਾਰ ਨੂੰ ਖਤਰਾ ਹੈ ਕਿ ਕਰੋਨਾ ਦੁਬਾਰਾ ਦਾਖਲ ਹੋ ਸਕਦਾ ਹੈ। ਪ੍ਰਧਾਨ ਮੰਤਰੀ ਮਾਣਯੋਗ ਜੈਸਿੰਡਾ ਆਰਡਨ ਨੇ ਆਸਟ੍ਰੇਲੀਆ ਵਿਖੇ ਕਰੋਨਾ ਦਾ ਹਾਲਤ ਦਾ ਜਾਇਜ਼ਾ ਲੈਂਦਿਆਂ ਇਹ ਫੈਸਲਾ ਲਿਆ। ਰਾਤ 11:59 ਉੱਤੇ ਆਸਟ੍ਰੇਲੀਆ ਦੇ ਨਾਲ ਆਈਸੋਲੇਸ਼ਨ ਫ੍ਰੀ ਵਾਲਾ ਹਿਸਾਬ ਕਿਤਾਬ ਬੰਦ ਕਰ ਦਿੱਤਾ ਗਿਆ। ਇਹ ਹੁਕਮ ਅਗਲੇ 2 ਮਹੀਨਿਆਂ ਤੱਕ ਜਾਰੀ ਰਹਿਣਗੇ। ਅਗਲੇ 7 ਦਿਨਾਂ ਦੇ ਲਈ ਇੱਥੇ ਆਉਣ ਵਾਲੀਆਂ ਫਲਾਈਟਾਂ ਦਾ ਸਰਕਾਰ ਖੁਦ ਪ੍ਰਬੰਧ ਵੇਖੇਗੀ। ਇਸ ਦੇ ਵਾਸਤੇ ਕਰੋਨਾ ਟੈਸਟ ਨੈਗੇਟਿਵ ਆਉਣਾ ਜ਼ਰੂਰੀ ਹੈ। ਜਿਹੜੇ ਨਿਊ ਸਾਊਥ ਵੇਲਜ਼ ਤੋਂ ਆਉਣਗੇ ਉਹਨਾਂ ਨੂੰ 14 ਦਿਨਾਂ ਲਈ MIQ ਭੇਜਿਆ ਜਾਵੇਗਾ। ਜਿਹੜੇ ਵਿਕਟੋਰੀਆ ਤੋਂ ਹੋ ਕੇ ਪਰਤਣਗੇ ਉਹਨਾਂ ਨੂੰ ਆਪਣੇ ਘਰਾਂ ਵਿੱਚ ਇਕਾਂਤਵਾਸ ਹੋਣਾ ਪਵੇਗਾ ਅਤੇ 3 ਦਿਨ ਵਾਲਾ ਟੈਸਟ ਨੈਗੇਟਿਵ ਹੋਣਾ ਜ਼ਰੂਰੀ ਹੋਵੇਗਾ। 30 ਜੁਲਾਈ ਤੱਕ ਆਸਟ੍ਰੇਲੀਆ ਗਏ ਕੀਵੀਆਂ ਨੂੰ ਕਿਹਾ ਗਿਆ ਹੈ ਕਿ ਵਾਪਸ ਆ ਜਾਣ। ਜੇਕਰ ਆਸਟ੍ਰੇਲੀਆ ਦੇ ਉਸ ਖੇਤਰ ਵਿੱਚ ਆਉਣਗੇ ਜਿੱਥੇ ਕਰੋਨਾ ਦਾ ਖਤਰਾ ਘੱਟ ਹੈ ਉਹਨਾਂ ਨੂੰ ਬਿਨਾਂ MIQ ਦੇ ਇੱਥੇ ਦਾਖਲਾ ਦਿੱਤਾ ਜਾਵੇਗਾ। ਕੁਈਨਜ਼ਲੈਂਡ, ਸਾਊਥ ਆਸਟ੍ਰੇਲੀਆ, ਟੈਸਮਾਨੀਆ, ਵੈਸਟਰਨ ਆਸਟ੍ਰੇਲੀਆ, ACT, ਨਾਰਫੋਕ ਆਈਲੈਂਡ ਤੋਂ ਆਉਣ ਵਾਲਿਆਂ ਨੂੰ ਗ੍ਰੀਨ ਫਲਾਈਟ ਵਜੋਂ ਵੇਖਿਆ ਜਾ ਸਕਦਾ ਹੈ। ਸਾਰੇ ਆਉਣ ਵਾਲਿਆਂ ਦਾ 3 ਦਿਨ ਪਹਿਲਾਂ ਕਰੋਨਾ ਟੈਸਟ ਨੈਗੇਟਿਵ ਆਉਣਾ ਚਾਹੀਦਾ ਹੈ। ਪਿਛਲੇ 14 ਦਿਨਾਂ ਦੇ ਵਿੱਚ ਉਸ ਥਾਂ ਤੇ ਨਾ ਗਏ ਹੋਣ ਜਿੱਥੇ ਕਰੋਨਾ ਦੇ ਕਮਿਊਨਿਟੀ ਕੇਸਾਂ ਦੀ ਸੰਭਾਵਨਾ ਸੀ। ਹਵਾਈ ਸਫ਼ਰ ਵੇਲੇ ਕੋਈ ਬਿਮਾਰੀ ਦਾ ਲੱਛਣ ਪ੍ਰਗਟ ਨਾ ਹੁੰਦਾ ਹੋਵੇ, ਉਹ ਕਿਸੇ ਕਰੋਨਾ ਪੋਜ਼ਿਟਿਵ ਦੇ ਸੰਪਰਕ ਵਿੱਚ ਨਾ ਰਿਹਾ ਹੋਵੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੀਵੀ ਅਜੇ ਆਸਟ੍ਰੇਲੀਆ ਜਾਣ ਵਾਰੀ ਨਾ ਸੋਚਣ ਤਾਂ ਚੰਗਾ ਹੈ। ਇਹ ਪੁੱਛਣ ਉੱਤੇ ਕਿ ਤੁਹਾਨੂੰ ਵਿਸ਼ਵਾਸ ਨਹੀਂ ਹੈ ਕਿ ਆਸਟ੍ਰੇਲੀਆ ਕਰੋਨਾ ਸਥਿਤੀ ਨੂੰ ਠੀਕ ਤਰ੍ਹਾਂ ਸੰਭਾਲ ਰਿਹਾ ਤਾਂ ਉਹਨਾਂ ਨੇ ਕਿਹਾ ਕਿ ਉਸ ਨੂੰ ਕਰੋਨਾ ਉੱਤੇ ਵਿਸ਼ਵਾਸ ਨਹੀਂ ਹੈ। 에ਅਰ ਨਿਊਜ਼ੀਲੈਂਡ ਨੇ ਕਿਹਾ ਕਿ 28 ਜੁਲਾਈ ਤੋਂ 7 ਅਗਸਤ ਤੱਕ ਨਿਊ ਸਾਊਥ ਵੇਲਜ਼ ਤੋਂ 7 ਫਲਾਈਟਾਂ ਆਉਣਗੀਆਂ। ਉਹਨਾਂ ਦਾ
MIQ ਆਟੋਮੈਟਿਕ ਬੁੱਕ ਹੋਵੇਗਾ, ਪਰ ਸੀਟਾਂ ਤਾਂ ਹੀ ਮਿਲਣਗੀਆਂ ਜੇਕਰ MIQ ਦੇ ਵਿੱਚ ਜਗ੍ਹਾ ਉਪਲਬਧ ਹੋਵੇਗੀ। ਕਈ ਹੋਰ ਬੰਦਿਸ਼ਾਂ ਵੀ ਇਸ ਸਾਰੇ ਚੱਕਰ ਵਿੱਚ ਲੱਗਣਗੀਆਂ ਜੋ ਸਰਕਾਰ ਨੂੰ ਲੱਗਦਾ ਹੈ ਇਹ ਸੌਦਾ ਖਰਾ ਨਹੀਂ ਬੈਠ ਰਿਹਾ, ਸੋ ਬੰਦ ਕਰਨਾ ਹੀ ਚੰਗਾ ਸਮਝਿਆ ਗਿਆ। ਅਮਰੀਕਾ ਵਿੱਚ ਕੋਰੋਨਾ ਵਾਇਰਸ ਨੇ ਜਿੱਥੇ ਲੱਖਾਂ ਬਾਲਗ ਲੋਕਾਂ ਨੂੰ ਪੀੜਿਤ ਕੀਤਾ, ਉੱਥੇ ਹੀ ਲੱਖਾਂ ਅਮਰੀਕੀ ਬੱਚੇ ਵੀ ਵਾਇਰਸ ਨਾਲ ਪੀੜਿਤ ਹੋਏ। ਅਮਰੀਕਨ ਅਕਾਦਮੀ ਆਫ ਪੀਡੀਆਟ੍ਰਿਕਸ ਅਤੇ ਚਿਲਡਰਨਜ਼ ਹਸਪਤਾਲ ਐਸੋਸੀਏਸ਼ਨ ਦੀ ਨਵੀਂ ਰਿਪੋਰਟ ਦੇ ਅਨੁਸਾਰ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਅਮਰੀਕਾ ਵਿੱਚ 4 ਮਿਲੀਅਨ ਤੋਂ ਵੱਧ ਬੱਚਿਆਂ ਨੇ ਕੋਵਿਡ-19 ਲਈ ਪੋਜ਼ਿਟਿਵ ਟੈਸਟ ਕੀਤੇ ਹਨ। ਰਿਪੋਰਟ ਅਨੁਸਾਰ 15 ਜੁਲਾਈ ਤੱਕ ਲਗਭਗ 4.9 ਮਿਲੀਅਨ ਬੱਚੇ ਕੋਵਿਡ-19 ਨਾਲ ਸੰਕਰਮਿਤ ਹੋਏ। ਪਿਛਲੇ ਕੁਝ ਮਹੀਨਿਆਂ ਦੌਰਾਨ ਹਫ਼ਤਾਵਾਰੀ ਰਿਪੋਰਟਾਂ ਵਿੱਚ ਮਾਮਲਿਆਂ ਵਿੱਚ ਕਮੀ ਤੋਂ ਬਾਅਦ ਜੁਲਾਈ ਦੌਰਾਨ ਦੇਸ਼ ਵਿੱਚ ਇਹਨਾਂ ਦੇ ਮਾਮਲਿਆਂ ਵਿੱਚ ਵਾਧਾ ਵੇਖਣ ਨੂੰ ਮਿਲਿਆ। 15 ਜੁਲਾਈ ਨੂੰ ਖਤਮ ਹੋਏ ਹਫ਼ਤੇ ਵਿੱਚ 23,500 ਤੋਂ ਵੱਧ ਬੱਚਿਆਂ ਦੇ ਕੇਸ ਸਾਹਮਣੇ ਆਏ। ਦੇਸ਼ ਵਿੱਚ ਕੋਵਿਡ-19 ਦੇ ਸਾਰੇ ਮਾਮਲਿਆਂ 'ਚ ਬੱਚਿਆਂ ਦੀ ਲਾਗ 14.2% ਹੈ। ਇਸ ਦੇ ਇਲਾਵਾ ਹਸਪਤਾਲਾਂ ਵਿੱਚ ਬੱਚਿਆਂ ਦੀ ਗਿਣਤੀ 1.3 ਤੋਂ 3.6% ਹੈ ਅਤੇ ਕੋਵਿਡ-19 ਦੀਆਂ ਸਾਰੀਆਂ ਮੌਤਾਂ ਦੀ ਦਰ 0 ਤੋਂ 0.26% ਹੈ। ਆਪ ਦੇ ਅਨੁਸਾਰ ਕੋਵਿਡ-19 ਦੇ ਕਾਰਨ ਗੰਭੀਰ ਬਿਮਾਰੀ ਬੱਚਿਆਂ ਵਿੱਚ ਬਹੁਤ ਘੱਟ ਹੈ। ਹਾਲਾਂਕਿ ਬੱਚਿਆਂ ਤੇ ਮਹਾਮਾਰੀ ਦੇ ਪ੍ਰਭਾਵਾਂ ਬਾਰੇ ਵਧੇਰੇ ਅੰਕੜੇ ਇਕੱਠੇ ਕਰਨ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਵਾਇਰਸ ਨਾਲ ਪੀੜਤ ਬੱਚਿਆਂ ਦੀ ਸਰੀਰਕ ਸਿਹਤ ਦੇ ਨਾਲ-ਨਾਲ ਭਾਵਨਾਤਮਕ ਅਤੇ ਮਾਨਸਿਕ ਸਿਹਤ ਤੇ ਵੀ ਅਸਰ ਪਿਆ। ਅਮਰੀਕਾ ਦੇ ਕਈ ਖੇਤਰ ਜੰਗਲੀ ਅੱਗ ਦਾ ਸਾਹਮਣਾ ਕਰ ਰਹੇ ਨੇ, ਜਿਨ੍ਹਾਂ ਵਿੱਚੋਂ ਕੈਲੀਫੋਰਨੀਆ ਪ੍ਰਮੁੱਖ ਹੈ। ਉੱਤਰੀ ਕੈਲੀਫੋਰਨੀਆ ਵਿੱਚ ਲੱਗੀ ਇੱਕ ਜੰਗਲੀ ਅੱਗ ਤਾਂ ਨੇਵਾਡਾ ਵਿੱਚੋਂ ਵੀ ਪਾਰ ਹੋ ਗਈ, ਪਰ ਵਧੀਆ ਮੌਸਮ ਕਾਰਨ ਅੱਗ ਬੁਝਾਊ ਕਰਮਚਾਰੀਆਂ ਨੂੰ ਸਹਾਇਤਾ ਮਿਲ ਰਹੀ ਹੈ। ਟੇਹੋ ਲੇਕ ਦੇ ਦੱਖਣ ਵਿੱਚ 4 ਜੁਲਾਈ ਨੂੰ ਲੱਗੀ ਤਾਮਾਰਕ ਅੱਗ ਨੇ 68 ਵਰਗ ਮੀਲ ਤੋਂ ਵੱਧ ਜੰਗਲ ਸਾੜ ਦਿੱਤੇ। ਇਸ ਦੇ ਨਾਲ ਹੀ ਐਲਪਾਈਨ ਕਾਉਂਟੀ ਦੀ ਅੱਗ ਨਾਲ 1200 ਤੋਂ ਵੱਧ ਅੱਗ ਬੁਝਾਉਣ ਵਾਲੇ ਜੱਦੋ-ਜਹਿਦ ਕਰ ਰਹੇ ਨੇ। ਇਸ ਅੱਗ ਨਾਲ ਘੱਟੋ-ਘੱਟ 10 ਇਮਾਰਤਾਂ ਤਬਾਹ ਹੋਈਆਂ ਅਤੇ ਕਈਆਂ ਨੂੰ ਆਪਣੇ ਘਰ ਵੀ ਖਾਲੀ ਕਰਨੇ ਪਏ। ਇਸ ਅੱਗ ਕਾਰਨ ਨੇਵਾਡਾ ਅਤੇ ਕੈਲੀਫੋਰਨੀਆ ਵਿੱਚ US 395 ਦੇ ਕੁਝ ਹਿੱਸੇ ਵੀ ਬੰਦ ਕਰ ਦਿੱਤੇ। ਦੇਸ਼ ਦੀ ਸਭ ਤੋਂ ਵੱਡੀ ਜੰਗਲੀ ਅੱਗ ਓਰੇਗਨ ਦੀ ਬੁਟਲੇਗ ਫਾਇਰ 618 ਵਰਗ ਮੀਲ ਤੱਕ ਵਧੀ ਹੋਈ ਹੈ। ਹਾਲਾਂਕਿ ਅਧਿਕਾਰੀਆਂ ਨੇ ਕਿਹਾ ਕਿ ਘੱਟ ਹਵਾਵਾਂ ਅਤੇ ਤਾਪਮਾਨ ਨੇ ਕਰਮਚਾਰੀਆਂ ਨੂੰ ਅੱਗ ਤੇ ਕਾਬੂ ਕਰਨ ਵਿੱਚ ਮਦਦ ਕੀਤੀ। ਇਸ ਅੱਗ ਦੇ ਲੱਗਣ ਵੇਲੇ ਘੱਟੋ-ਘੱਟ 2000 ਘਰਾਂ ਨੂੰ ਖਾਲੀ ਕਰਵਾਉਣ ਦਾ ਆਦੇਸ਼ ਦਿੱਤਾ ਗਿਆ ਸੀ ਅਤੇ 5000 ਹੋਰਾਂ ਨੂੰ ਚੇਤਾਵਨੀ ਦਿੱਤੀ ਗਈ ਸੀ। ਇਸ ਨਾਲ ਘੱਟੋ-ਘੱਟ 70 ਘਰ ਅਤੇ 100 ਤੋਂ ਵੱਧ ਹੋਰ ਥਾਵਾਂ ਸੜ ਗਈਆਂ, ਪਰ ਕਿਸੇ ਦੀ ਮੌਤ ਹੋਣ ਬਾਰੇ ਖਬਰ ਨਹੀਂ ਹੈ। ਜਾਪਾਨ ਵਿੱਚ ਹੋ ਰਹੀਆਂ ਓਲੰਪਿਕ ਗੇਮਾਂ ਵਿੱਚ ਜ਼ਿਆਦਾਤਰ ਖਿਡਾਰੀ ਕੋਰੋਨਾ ਵਾਇਰਸ ਦੀ ਲਾਗ ਦਾ ਸ਼ਿਕਾਰ ਹੋ ਰਹੇ ਨੇ। ਟੋਕੀਓ ਓਲੰਪਿਕ ਤੋਂ ਪਹਿਲਾਂ ਇੱਕ ਅਮਰੀਕੀ ਵਾਲੀਬਾਲ ਖਿਡਾਰੀ ਦਾ ਜਾਪਾਨ ਪਹੁੰਚਣ ਉਪਰੰਤ ਕੋਵਿਡ-19 ਦਾ ਟੈਸਟ ਪੋਜ਼ਿਟਿਵ ਆਇਆ ਅਤੇ ਇਹ ਖਿਡਾਰੀ ਹੁਣ ਟੋਕੀਓ ਓਲੰਪਿਕ ਵਿੱਚ ਹਿੱਸਾ ਨਹੀਂ ਲੈ ਰਿਹਾ। USA ਵਾਲੀਬਾਲ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਕਿ ਸਥਾਨਕ ਨਿਯਮਾਂ, ਪ੍ਰੋਟੋਕਾਲ ਅਤੇ ਸੁਰੱਖਿਆ ਕਾਰਨਾਂ ਕਰਕੇ ਇਸ ਐਥਲੀਟ ਨੂੰ ਇੱਕ ਹੋਟਲ ਵਿੱਚ ਤਬਦੀਲ ਕਰ ਦਿੱਤਾ ਗਿਆ। ਇਸ ਖਿਡਾਰੀ ਦਾ ਨਾਮ ਅਜੇ ਤੱਕ ਅਧਿਕਾਰਤ ਤੌਰ ਤੇ ਜਾਰੀ ਨਹੀਂ ਕੀਤਾ ਗਿਆ। ਇਹ ਐਥਲੀਟ ਟੀਮ USA ਦਾ ਦੂਜਾ ਮੈਂਬਰ ਹੈ ਜਿਸ ਨੇ ਟੋਕੀਓ ਓਲੰਪਿਕ ਦੇ ਉਦਘਾਟਨੀ ਸਮਾਰੋਹ ਤੋਂ ਸਿਰਫ 2 ਦਿਨ ਪਹਿਲਾਂ ਵਾਇਰਸ ਲਈ ਸਕਾਰਾਤਮਕ ਟੈਸਟ ਕੀਤਾ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਦੱਸਿਆ ਕਿ ਖੇਡਾਂ ਲਈ ਪ੍ਰਵਾਨਿਤ 71 ਵਿਅਕਤੀਆਂ ਨੇ ਕੋਵਿਡ-19 ਲਈ ਪੋਜ਼ਿਟਿਵ ਟੈਸਟ ਕੀਤੇ ਹਨ, ਜਿਨ੍ਹਾਂ ਵਿੱਚ ਟੋਕੀਓ ਦੇ ਓਲੰਪਿਕ ਵਿਲੇਜ ਵਿੱਚ ਅੰਤਰਰਾਸ਼ਟਰੀ ਐਥਲੀਟਾਂ ਦੀ ਵੱਧ ਰਹੀ ਗਿਣਤੀ ਵੀ ਸ਼ਾਮਲ ਹੈ। ਅੰਕੜਿਆਂ ਅਨੁਸਾਰ ਬੁੱਧਵਾਰ ਤੱਕ ਜਾਪਾਨ ਵਿੱਚ ਕੋਵਿਡ-19 ਦੇ 3600 ਨਵੇਂ ਕੇਸ ਵੀ ਸਾਹਮਣੇ ਆਏ ਹਨ। ਅਮਰੀਕਾ ਨੇ ਕਿਹਾ ਕਿ ਭਾਰਤ ਵਪਾਰ ਕਰਨ ਲਈ ਚੁਣੌਤੀਪੂਰਨ ਸਥਾਨ ਬਣਾਇਆ ਹੋਇਆ ਹੈ ਅਤੇ ਨਿਵੇਸ਼ ਲਈ ਨੌਕਰਸ਼ਾਹੀ ਸੰਬੰਧੀ ਰੁਕਾਵਟਾਂ ਨੂੰ ਘੱਟ ਕਰਕੇ ਇੱਕ ਆਕਰਸ਼ਕ ਅਤੇ ਭਰੋਸੇਯੋਗ ਨਿਵੇਸ਼ ਮਾਹੌਲ ਨੂੰ ਬੜਾਵਾ ਦੇਣ ਦੀ ਲੋੜ ਹੈ। ਅਮਰੀਕੀ ਵਿਦੇਸ਼ ਮੰਤਰਾਲਾ ਨੇ ਬੁੱਧਵਾਰ ਨੂੰ ਜਾਰੀ ਇੱਕ ਰਿਪੋਰਟ 2021 ਇਨਵੈਸਟਮੈਂਟ ਕਲਾਈਮੇਟ ਸਟੇਟਮੈਂਟਸ ਇੰਡੀਆ ਵਿੱਚ ਕਿਹਾ ਹੈ ਕਿ ਭਾਰਤ ਵਪਾਰ ਕਰਨ ਲਈ ਇੱਕ ਚੁਣੌਤੀਪੂਰਨ ਸਥਾਨ ਬਣਿਆ ਹੋਇਆ ਹੈ ਅਤੇ ਇਸ ਵਿੱਚ ਜੰਮੂ ਕਸ਼ਮੀਰ ਤੋਂ ਵਿਸ਼ੇਸ਼ ਸੰਵਿਧਾਨਕ ਸਥਿਤੀ ਨੂੰ ਹਟਾਉਣ ਅਤੇ ਨਾਗਰਿਕਤਾ ਸੋਧ ਐਕਟ ਪਾਸ ਕੀਤੇ ਜਾਣ ਦੀ ਵੀ ਜ਼ਿਕਰ ਕੀਤਾ ਗਿਆ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਨਵੇਂ ਸੁਰੱਖਿਆਵਾਦੀ ਉਪਾਅ ਜਿਸ ਵਿੱਚ ਮੁਕਾਬਲੇਬਾਜ਼ੀ, ਬਦਲਾਂ ਨੂੰ ਸੀਮਿਤ ਕਰਨ ਅਤੇ ਖਰੀਦ ਵਾਲੇ ਨਿਯਮਾਂ ਤੇ ਵਧੇ ਹੋਏ ਟੈਕਸ ਸ਼ਾਮਲ ਹਨ ਤੇ ਕੌਮਾਂਤਰੀ ਸਪਲਾਈ ਚੇਨ ਨੂੰ ਪ੍ਰਭਾਵਿਤ ਕੀਤਾ ਹੈ। ਇਸ ਨੇ ਨਾਲ ਹੀ ਵਿਸ਼ੇਸ਼ ਭਾਰਤੀ ਮਾਪਦੰਡ ਜੋ ਕੌਮਾਂਤਰੀ ਮਾਪਦੰਡਾਂ ਨਾਲ ਮੇਲ ਨਹੀਂ ਖਾਂਦੇ ਨੇ ਦੋ ਪੱਖੀ ਵਪਾਰ 'ਚ ਵਾਧੇ ਨੂੰ ਪ੍ਰਭਾਵਿਤ ਕੀਤਾ। ਵਿਦੇਸ਼ ਮੰਤਰਾਲਾ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਰਾਸ਼ਟਰੀ ਲੋਕਤਾਂਤਰਿਕ ਗੱਠਜੋੜ ਸਰਕਾਰ ਦੇ ਦੂਜੇ ਕਾਰਜਕਾਲ ਦੇ ਪਹਿਲੇ 100 ਦਿਨ 'ਚ 2 ਵਿਵਾਦਪੂਰਨ ਫੈਸਲੇ ਲਏ ਗਏ। ਜੰਮੂ ਕਸ਼ਮੀਰ ਤੋਂ ਵਿਸ਼ੇਸ਼ ਸੰਵਿਧਾਨਕ ਦਰਜਾ ਹਟਾਉਣ ਅਤੇ CAA ਨੂੰ ਪਾਸ ਕਰਨਾ। ਇਸ ਬਾਰੇ ਭਾਰਤ ਦਾ ਕਹਿਣਾ ਹੈ ਕਿ CAA ਉਸ ਦਾ ਅੰਦਰੂਨੀ ਮਾਮਲਾ ਹੈ ਅਤੇ ਕਿਸੇ ਵੀ ਵਿਦੇਸ਼ੀ ਪੱਖ ਨੂੰ ਭਾਰਤ ਦੇ ਪ੍ਰਭੂ ਸੱਤਾ ਨਾਲ ਸੰਬੰਧਿਤ ਮੁੱਦਿਆਂ ਤੇ ਟਿੱਪਣੀ ਦਾ ਕੋਈ ਅਧਿਕਾਰ ਨਹੀਂ। ਭਾਰਤ ਨੇ ਕੌਮਾਂਤਰੀ ਭਾਈਚਾਰੇ ਨੂੰ ਸਪਸ਼ਟ ਤੌਰ ਤੇ ਕਿਹਾ ਕਿ ਧਾਰਾ 370 ਨੂੰ ਖਤਮ ਕਰਨਾ ਉਸ ਦਾ ਅੰਦਰੂਨੀ ਮਾਮਲਾ ਹੈ।
ਕੈਨੇਡਾ ਦੇ ਸੂਬੇ ontario ਦੇ ਸਿਟੀ ਬਰੈਂਪਟਨ ਦੇ ਰਹਿਣ ਵਾਲੇ ਇੱਕ ਪੰਜਾਬੀ ਟਰਾਂਸਪੋਰਟਰ ਨੂੰ ਕੈਨੇਡਾ ਰੈਵਨਿਊ ਏਜੰਸੀ ਦੇ ਨਾਲ ਧੋਖਾਧੜੀ ਕਰਨ ਦੇ ਦੋਸ਼ ਹੇਠ ਸਜ਼ਾ ਸੁਣਾਈ ਗਈ। ਬੀਤੇ ਦਿਨੀ ਮਿਤੀ 19 ਜੁਲਾਈ ਨੂੰ ਬਰੈਂਪਟਨ ontario ਦੀ ਇੱਕ ਟਰੱਕਿੰਗ ਕੰਪਨੀ ਦੇ ਮਾਲਕ ਦਸੌਂਦਾ ਸਿੰਘ ਪੱਖ ਨੂੰ ਬਰੈਂਪਟਨ ਦੀ ontario ਕੋਰਟ ਆਫ ਜਸਟਿਸ ਵੱਲੋਂ 2 ਸਾਲ ਸ਼ਰਤਾਂ ਨਾਲ ਸਜ਼ਾ ਅਤੇ ਜੁਰਮਾਨਾ ਲਗਾਇਆ ਗਿਆ। ਪੱਖ ਨੇ ਆਵਾਕਾਰੀ ਟੈਕਸ ਐਕਟ ਦੇ ਤਹਿਤ ਮਾਲ ਅਤੇ ਸੇਵਾਵਾਂ ਟੈਕਸ ਵਿਕਰੀ ਟੈਕਸ ਵਿੱਚ ਧੋਖਾਧੜੀ ਦੀਆਂ 3 ਗਲਤ ਸਟੇਟਮੈਂਟਾਂ ਲਗਾਈਆਂ ਸਨ। 7 ਜੂਨ 2019 ਨੂੰ ਪੱਖ ਨੇ ਆਪਣੀ ਗਲਤੀ ਮੰਨ ਲਈ ਸੀ। ਪੱਖ ਨੇ 7 ਟਰੱਕ ਦੀ ਖਰੀਦ ਦੇ ਜਾਲੀ ਕਾਗਜ਼ਾਤ ਲਾ ਕੇ GST, HST ਰਿਟਰਨ ਲੈਣ ਲਈ ਝੂਠੇ ਕਲੇਮ ਕੀਤੇ ਸੀ। ਕੋਰੋਨਾ ਵਾਇਰਸ ਖਿਲਾਫ ਐਂਟੀਬਾਡੀ ਨੂੰ ਲੈ ਕੇ ਨਵਾਂ ਅਧਿਐਨ ਕੀਤਾ ਗਿਆ। ਇਸ ਦਾ ਦਾਅਵਾ ਹੈ ਕਿ ਨੌਜਵਾਨਾਂ ਦੀ ਤੁਲਨਾ 'ਚ ਬਜ਼ੁਰਗਾਂ 'ਚ ਘੱਟ ਮਾਤਰਾ 'ਚ ਐਂਟੀਬਾਡੀ ਬਣ ਸਕਦੀ ਹੈ। ਐਂਟੀਬਾਡੀ ਇੱਕ ਤਰ੍ਹਾਂ ਦਾ ਬਲੱਡ ਪ੍ਰੋਟੀਨ ਹੈ ਜਿਸ ਦੀ ਪੈਦਾਇਸ਼ ਇਮਿਊਨ ਸਿਸਟਮ ਇਨਫੈਕਸ਼ਨ ਤੋਂ ਬਚਾਅ ਲਈ ਕਰਦਾ ਹੈ। ਕੋਰੋਨਾ ਇਨਫੈਕਸ਼ਨ ਖਿਲਾਫ ਬਚਾਅ 'ਚ ਵੀ ਇਸ ਦੀ ਅਹਿਮੀਅਤ ਜ਼ਾਹਰ ਹੋਈ ਹੈ। ਅਮਰੀਕਾ ਦੀ ਓਰੇਗਨ ਹੈਲਥ ਐਂਡ ਸਾਇੰਸ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਮੁਤਾਬਕ ਇੱਕ ਨਵੇਂ ਲੈਬ ਅਧਿਐਨ ਦੇ ਆਧਾਰ ਤੇ ਇਹ ਨਤੀਜਾ ਕੱਢਿਆ ਗਿਆ। ਅਧਿਐਨ ਦੇ ਪ੍ਰਮੁੱਖ ਸ਼ੋਧਕਰਤਾ ਤੇ OHSU ਦੇ ਸਹਾਇਕ ਪ੍ਰੋਫੈਸਰ ਫਿਕਾਰਡੋ ਟਫੇਸ ਨੇ ਕਿਹਾ, ਟੀਕੇ ਦੇ ਬਾਵਜੂਦ ਸਾਡੇ ਬਜ਼ੁਰਗ ਕੋਰੋਨਾ ਦੇ ਨਵੇਂ ਵੈਰੀਐਂਟ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਹੋ ਸਕਦੇ ਨੇ। ਉਹਨਾਂ ਨੇ ਕਿਹਾ, ਬਜ਼ੁਰਗ ਲੋਕ ਟੀਕਾਕਰਨ ਦੇ ਬਾਵਜੂਦ ਸੁਰੱਖਿਅਤ ਨਹੀਂ, ਇਸ ਲਈ ਇਹਨਾਂ ਨਾਲ ਰਹਿਣ ਵਾਲੇ ਲੋਕਾਂ ਨੂੰ ਵੀ ਵੈਕਸੀਨ ਲਗਵਾਉਣ ਦੀ ਲੋੜ ਹੈ। ਸ਼ੋਧਕਰਤਾਵਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਬਜ਼ੁਰਗਾਂ 'ਚ ਬੇਸ਼ੱਕ ਐਂਟੀਬਾਡੀ ਦੀ ਘੱਟ ਪ੍ਰਤੀਕਿਰਿਆ ਪਾਈ ਗਈ ਹੋਵੇ, ਪਰ ਹਰ ਉਮਰ ਦੇ ਜ਼ਿਆਦਾਤਰ ਲੋਕਾਂ 'ਚ ਵੈਕਸੀਨ ਨਾ ਸਿਰਫ ਇਨਫੈਕਸ਼ਨ ਦੀ ਰੋਕਥਾਮ ਬਲਕਿ ਇਸ ਨੂੰ ਗੰਭੀਰ ਹੋਣ ਤੋਂ ਰੋਕਣ 'ਚ ਵੀ ਕਾਰਗਰ ਸਾਬਤ ਹੋਈ ਹੈ। ਸ਼ੋਧਕਰਤਾਵਾਂ ਨੇ 50 ਬਜ਼ੁਰਗਾਂ ਤੇ ਨੌਜਵਾਨਾਂ ਨੂੰ 2 ਸਮੂਹਾਂ 'ਚ ਵੰਡ ਕੇ ਇਹ ਅਧਿਐਨ ਕੀਤਾ। ਵੈਕਸੀਨ ਦੀ ਦੂਜੀ ਡੋਜ਼ ਲੱਗਣ ਦੇ 2 ਹਫ਼ਤੇ ਬਾਅਦ ਇਹਨਾਂ ਲੋਕਾਂ ਦੇ ਖੂਨ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ। 70 ਤੋਂ 82 ਸਾਲ ਦੇ ਬਜ਼ੁਰਗਾਂ ਦੇ ਤੁਲਨਾ 'ਚ 20 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ 'ਚ ਕਰੀਬ 7 ਗੁਣਾ ਜ਼ਿਆਦਾ ਐਂਟੀਬਾਡੀ ਦੀ ਪ੍ਰਤੀਕਿਰਿਆ ਪਾਈ ਗਈ। ਅਮਰੀਕਾ 'ਚ ਕੋਰੋਨਾ ਦੇ ਸਰਗਰਮ ਮਾਮਲੇ ਦੁਨੀਆ 'ਚ ਰਿਕਾਰਡ ਪੱਧਰ ਤੇ ਨੇ। ਇਹ ਸਰਗਰਮ ਮਰੀਜ਼ਾਂ ਦੀ ਗਿਣਤੀ 50 ਲੱਖ ਤੋਂ ਵੱਧ ਹੈ, ਜਦਕਿ ਭਾਰਤ ਵਿੱਚ ਸਰਗਰਮ ਮਾਮਲੇ ਸਿਰਫ 4,70,000 ਹਨ। ਭਾਰਤ 'ਚ ਦੂਜੀ ਲਹਿਰ ਜਦੋਂ ਕਿ ਪੀਕ ਤੇ ਸੀ, ਉਦੋਂ ਇੱਥੇ ਸਰਗਰਮ ਮਾਮਲੇ ਕਰੀਬ 38 ਲੱਖ ਤੱਕ ਪਹੁੰਚ ਚੁੱਕੇ ਸਨ। ਅਮਰੀਕਾ 'ਚ ਕੋਰੋਨਾ ਦੇ ਰੋਜ਼ਾਨਾ ਮਾਮਲੇ ਫਿਰ ਬਦਲਣ ਲੱਗੇ। ਪਿਛਲੇ 24 ਘੰਟਿਆਂ ਦੌਰਾਨ ਅਮਰੀਕਾ 'ਚ 24,000 ਤੋਂ ਵੱਧ ਸਰਗਰਮ ਨਵੇਂ ਮਾਮਲੇ ਸਾਹਮਣੇ ਆਏ। ਇੱਕ ਦਿਨ ਵਿੱਚ ਨਵੇਂ ਮਾਮਲਿਆਂ 'ਚ ਬਰਤਾਨੀਆ ਪਹਿਲੇ ਨੰਬਰ ਤੇ ਹੈ ਜਿੱਥੇ 46,000 ਤੋਂ ਵੱਧ ਮਾਮਲੇ ਆਏ ਨੇ। ਦੂਜੇ ਨੰਬਰ ਤੇ ਅਮਰੀਕਾ ਤੋਂ ਬਾਅਦ ਭਾਰਤ ਤੀਜੇ ਨੰਬਰ ਤੇ ਹੈ। ਇੱਥੇ ਇੱਕ ਦਿਨ ਵਿੱਚ ਕਰੀਬ 42,000 ਮਾਮਲੇ ਰਹੇ। 38,000 ਤੋਂ ਵੱਧ ਮਰੀਜ਼ਾਂ ਨਾਲ ਇੰਡੋਨੇਸ਼ੀਆ ਚੌਥੇ ਨੰਬਰ ਤੇ ਹੈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ 'ਚ ਕਮੀ ਆਈ। ਇਹ ਕਮੀ ਤੇਜ਼ੀ ਨਾਲ ਲੱਗ ਰਹੀ ਵੈਕਸੀਨ ਕਾਰਨ ਹੈ, ਪਰ ਅਜੇ ਵੀ ਡੈਲਟਾ ਵੈਰੀਐਂਟ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਦੇਸ਼ 'ਚ ਹੋਣ ਵਾਲੀਆਂ ਮੌਤਾਂ ਤੇ ਹਸਪਤਾਲ 'ਚ ਦਾਖਲ ਹੋਣ ਵਾਲੇ ਉਹੀ ਹਨ ਜਿਨ੍ਹਾਂ ਨੇ ਵੈਕਸੀਨ ਨਹੀਂ ਲਗਵਾਈ। AP ਮੁਤਾਬਕ ਟੋਕੀਓ 올림픽 ਸ਼ੁਰੂ ਹੋਣ ਤੋਂ ਪਹਿਲਾਂ ਇੱਥੇ ਕੋਰੋਨਾ ਦੇ ਮਾਮਲੇ 6 ਮਹੀਨੇ ਦੇ ਉੱਚ ਪੱਧਰ ਤੇ ਨੇ। ਇੱਥੇ ਇੱਕ ਦਿਨ ਵਿੱਚ 1832 ਨਵੇਂ ਮਾਮਲੇ ਆਏ। ਟੋਕੀਓ 'ਚ ਫਿਲਹਾਲ ਕੋਰੋਨਾ ਇਨਫੈਕਸ਼ਨ ਨੂੰ ਦੇਖਦੇ ਹੋਏ ਐਮਰਜੈਂਸੀ ਲੱਗੀ ਹੋਈ ਹੈ। ਜਾਪਾਨ ਮੈਡੀਕਲ ਐਸੋਸੀਏਸ਼ਨ ਦੇ ਮੁਖੀ ਤੋਸ਼ੀਓ ਨਾਕਾਗਾਵਾ ਨੇ ਕਿਹਾ ਕਿ ਪਹਿਲਾਂ ਜਿਸ ਗੱਲ ਦੀ ਚਿੰਤਾ ਸੀ ਹੁਣ ਉਹੀ ਹੋ ਰਿਹਾ ਹੈ। ਜਾਪਾਨ 'ਚ ਅਜੇ ਤੱਕ 23% ਹੀ ਟੀਕਾਕਰਨ ਹੋ ਸਕਿਆ। रूस ਦੀ ਇੱਕ ਅਦਾਲਤ ਨੇ ਅਮਰੀਕੀ ਇੰਟਰਨੈਟ ਮੀਡੀਆ ਕੰਪਨੀ ਫੇਸਬੁੱਕ ਤੇ 60 ਲੱਖ ਰੂਬਲ ਅਤੇ ਮੈਸੇਂਜਿੰਗ ਐਪ ਟੈਲੀਗ੍ਰਾਮ ਤੇ 1.1 ਕਰੋੜ ਰੂਬਲ ਦਾ ਜੁਰਮਾਨਾ ਲਗਾਇਆ। ਰੂਸ ਅਤੇ ਇਨ੍ਹਾਂ ਇੰਟਰਨੈਟ ਕੰਪਨੀਆਂ 'ਚ ਤਣਾਅ ਜਾਰੀ ਹੈ ਕਿਉਂਕਿ ਇਨ੍ਹਾਂ ਅਮਰੀਕੀ ਕੰਪਨੀਆਂ ਨੇ ਨਜਾਇਜ਼ ਵਿਸ਼ਾ ਸਮੱਗਰੀ ਨੂੰ ਹਟਾਉਣ ਤੋਂ ਮਨਾ ਕਰ ਦਿੱਤਾ ਸੀ। ਰੂਸ ਪਿਛਲੇ ਕਈ ਮਹੀਨਿਆਂ ਤੋਂ ਇੰਟਰਨੈਟ ਮੀਡੀਆ ਨਾਲ ਸੰਬੰਧਿਤ ਕੰਪਨੀਆਂ ਤੇ ਦੇਸ਼ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਤੇ ਜੁਰਮਾਨੇ ਵਰਗੀਆਂ ਸਜ਼ਾਵਾਂ ਦੇ ਕਾਰਵਾਈ ਕਰਦਾ ਰਿਹਾ। ਇਨ੍ਹਾਂ ਵਿਦੇਸ਼ੀ ਕੰਪਨੀਆਂ ਤੇ ਰੂਸ ਵਿੱਚ ਦਫ਼ਤਰ ਖੋਲਣ ਅਤੇ ਰੂਸੀ ਡਾਟਾ ਦਾ ਦੇਸ਼ ਤੋਂ ਬਾਹਰ ਇਸਤੇਮਾਲ ਨਾ ਕਰਨ ਤੇ ਦਬਾਅ ਪਾਇਆ ਜਾ ਰਿਹਾ ਹੈ। ਖੇਤੀ ਕਾਨੂੰਨਾਂ ਦੇ ਵਿਰੁੱਧ ਵਿੱਚ ਕਿਸਾਨਾਂ ਦੇ ਅੰਦੋਲਨ ਦਾ ਨਵਾਂ ਪੜਾਅ ਸ਼ੁਰੂ ਹੋਇਆ। ਕਿਸਾਨਾਂ ਵੱਲੋਂ 3 ਖੇਤੀਬਾੜੀ ਕਾਨੂੰਨਾਂ ਖਿਲਾਫ ਜੰਤਰ ਮੰਤਰ ਵਿਖੇ ਕਿਸਾਨ ਸੰਸਦ ਚਲਾਈ ਗਈ। ਮਿਲੀ ਜਾਣਕਾਰੀ ਅਨੁਸਾਰ ਕਿਸਾਨ ਸੰਸਦ ਦੇ ਪਹਿਲੇ ਦਿਨ ਦੀ ਕਾਰਵਾਈ ਖਤਮ ਹੋ ਗਈ। ਪਹਿਲੇ ਦਿਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਦੱਸ ਦਈਏ ਕਿ 13 ਅਗਸਤ ਤੱਕ ਕਿਸਾਨਾਂ ਦੀ ਸੰਸਦ ਚੱਲੇਗੀ ਅਤੇ ਆਖਰੀ ਦਿਨ ਕਿਸਾਨਾਂ ਦੀ ਸੰਸਦ ਵਿੱਚ ਖੇਤੀ ਕਾਨੂੰਨ ਰੱਦ ਕੀਤੇ ਜਾਣਗੇ। ਕੇਂਦਰ ਦੇ ਤਿੰਨੋਂ ਖੇਤੀ ਕਾਨੂੰਨਾਂ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨ ਆਗੂਆਂ ਨੇ ਵੀਰਵਾਰ ਨੂੰ ਕਿਹਾ ਕਿ ਉਹਨਾਂ ਨੂੰ ਖਦਸ਼ਾ ਹੈ ਕਿ ਸਰਕਾਰ ਇਜ਼ਰਾਈਲ ਸੌਫਟਵੇਅਰ ਪੈਗਾਸਸ ਜ਼ਰੀਏ ਉਹਨਾਂ ਦੀ ਜਾਸੂਸੀ ਕਰਵਾ ਰਹੀ ਹੈ। ਉਧਰ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ ਜੰਤਰ ਮੰਤਰ ਤੇ ਕੇਂਦਰ
ਕੇਂਦਰ ਸਰਕਾਰ ਦੇ ਤਿੰਨੋਂ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰਨ ਆਏ ਹਾਂ। ਉਹਨਾਂ ਨੇ ਕਿਹਾ ਕਿ ਸਾਡਾ ਅੰਦੋਲਨ ਸ਼ਾਂਤੀਪੂਰਨ ਚੱਲਦਾ ਰਹੇਗਾ। ਟਿਕੈਤ ਨੇ ਕਿਹਾ ਕਿ ਕਿਸਾਨ ਆਪਣੀ ਸੰਸਦ ਚਲਾਉਣਗੇ। ਸਦਨ 'ਚ ਕਿਸਾਨਾਂ ਲਈ ਆਵਾਜ਼ ਨਾ ਚੁੱਕਣ ਵਾਲੇ ਸੰਸਦ ਮੈਂਬਰਾਂ ਦੀ ਉਹਨਾਂ ਦੇ ਚੋਣ ਹਲਕਿਆਂ ਵਿੱਚ ਆਲੋਚਨਾ ਕੀਤੀ ਜਾਵੇਗੀ। ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਸੂਬਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਵੀ ਵੀਰਵਾਰ ਨੂੰ ਨਵਜੋਤ ਸਿੰਘ ਸਿੱਧੂ ਵੱਲੋਂ ਤਰਨਤਾਰਨ ਦੇ ਖੇਮਕਰਨ ਹਲਕੇ ਵਿੱਚ ਕਾਂਗਰਸੀ ਆਗੂਆਂ ਨੂੰ ਮਿਲਣ ਦਾ ਪ੍ਰੋਗਰਾਮ ਰੱਖਿਆ ਗਿਆ ਸੀ, ਜਿਸ ਵਿੱਚ ਉਹਨਾਂ ਝਬਾਲ ਸੁਰ ਸਿੰਘ ਭਿੱਖੀਵਿੰਡ ਰਸਤੇ ਖੇਮਕਰਨ ਵਿੱਚ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੇ ਘਰ ਆਉਣਾ ਸੀ, ਪਰ ਕਿਸਾਨ ਜਥੇਬੰਦੀਆਂ ਦੇ ਵਿਰੋਧ ਦੇ ਚੱਲਦੇ ਉਹ ਤਰਨਤਾਰਨ ਪੱਟੀ ਦੇ ਰਸਤੇ ਖੇਮਕਰਨ ਦੇ ਪਿੰਡ ਮਹਿਮੂਦਪੁਰਾ ਵਿਧਾਇਕ ਦੇ ਘਰ ਪੁੱਜੇ। ਇਸ ਦੌਰਾਨ ਭਿੱਖੀ ਪਿੰਡ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਨਵਜੋਤ ਸਿੰਘ ਸਿੱਧੂ ਦਾ ਇਸ ਫੇਰੀ ਦਾ ਵਿਰੋਧ ਕੀਤਾ ਗਿਆ। ਭਿੱਖੀ ਪਿੰਡ ਚੌਂਕ ਵਿੱਚ ਪ੍ਰਦਰਸ਼ਨ ਵੀ ਹੋਇਆ। ਇਸ ਦੌਰਾਨ ਕਿਸਾਨ ਗੁਰੂ ਸਾਹਿਬ ਸਿੰਘ ਪਹੂਵਿੰਡ ਨੇ ਕਿਸਾਨ ਹੱਕਾਂ ਦੀ ਗੱਲ ਕਰਦੇ ਹੋਏ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਨੇ, ਪਰ ਕਾਂਗਰਸੀ ਆਗੂ ਕੁਰਸੀ ਦੀ ਲੜਾਈ ਲੜ ਰਹੇ ਨੇ। ਉਹਨਾਂ ਦੇ ਹੱਕਾਂ ਦੀ ਆਵਾਜ਼ ਕਿਸੇ ਨੇ ਬੁਲੰਦ ਨਹੀਂ ਕੀਤੀ। ਨਾਲ ਹੀ ਕਿਸਾਨਾਂ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੀ ਤਾਂ ਉਹ ਵਿੱਚ ਸਰਹੱਦੀ ਖੇਤਰ ਦੇ ਵੋਟਰਾਂ ਨੇ ਵੀ ਆਪਣਾ ਯੋਗਦਾਨ ਪਾਇਆ ਸੀ, ਪਰ ਸਰਕਾਰ ਆਪਣੇ 5 ਸਾਲ ਦਾ ਕਾਰਜਕਾਲ ਪੂਰਾ ਕਰਨ ਜਾ ਰਹੀ ਹੈ, ਪਰ ਸਰਹੱਦੀ ਖੇਤਰਾਂ 'ਚ ਸਰਕਾਰ ਨੇ ਕੁਝ ਨਹੀਂ ਕੀਤਾ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ।